ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਰ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਧਨ ਪਾਦ, ਪੰਕਜ ਬੰਧਨ ਸਿਮਰੋ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਵੋ, ਗੁਰ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਗੁਰ ਹਰਿਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਉਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮੈਂ ਅੰਮ੍ਰਿਤ ਨਾਮ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸਨ ਸੋਏ।
ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ ਦੋਹਰਾ ਸੁਣ ਪਰਵਾਨਾ ਸ਼ਾਹ ਕੋ, ਸਤਿਗੁਰ ਕਰਿਓ ਵਿਚਾਰ। ਕੋ ਲਾਇਕ ਤੈ ਭੇਜਬੇ, ਬੋਲੇ ਸਭਾ ਮਝਾਰ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜਹੂਰ ਸ਼ਬਦ ਗੁਰੂ, ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਪੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸੁਣ ਪਰਵਾਨਾ ਸ਼ਾਹ ਕੋ, ਸਤਿਗੁਰ ਕਰਿਓ ਵਿਚਾਰ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅਗਲਾ ਅਧਿਆਇ ਨੰਬਰ 44 ਸ਼ੁਰੂ ਕਰਦੇ ਹੋਏ ਲਿਖਦੇ ਨੇ ਕਿ ਜਿਵੇਂ ਪਿਛਲੇ ਪ੍ਰਕਰਣਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ, ਕੁਝ ਪੰਡਤਾਂ ਨੇ, ਬ੍ਰਾਹਮਣਾਂ ਨੇ, ਖੱਤਰੀਆਂ ਨੇ ਲਾਹੌਰ ਜਾ ਕੇ ਬਾਦਸ਼ਾਹ ਅਕਬਰ ਦੇ ਕੋਲ ਧੰਨ ਗੁਰੂ ਅਮਰਦਾਸ ਜੀ ਦੀ ਸ਼ਿਕਾਇਤ ਕੀਤੀ ਹੈ ਕਿ ਹੈ ਤੇ ਉਹ ਖੱਤਰੀ, ਪਰ ਖੱਤਰੀਆਂ ਵਾਲੇ ਕਰਮ ਨਹੀਂ ਕਰਦੇ, ਉਹ ਗੀਤਰੀ ਨਹੀਂ ਪੜ੍ਹਦੇ। ਉਹਨਾਂ ਨੇ ਇੱਕ ਨਵਾਂ ਹੀ ਧਰਮ, ਨਵਾਂ ਹੀ ਪੰਥ ਰਾਹ ਚਲਾ ਲਿਆ ਹੈ ਕਿ ਉਹ ਕੇਵਲ ਵਾਹਿਗੁਰੂ ਬੋਲਦੇ ਨੇ, ਵਾਹਿਗੁਰੂ ਬੁਲਾਉਂਦੇ ਨੇ। ਔਰ ਇਹ ਸ਼ਿਕਾਇਤ ਸੁਣ ਕੇ ਅਕਬਰ ਬਾਦਸ਼ਾਹ ਨੇ ਪਰਵਾਨਾ ਲਿਖ ਕੇ ਭੇਜਿਆ ਹੈ ਕਿ ਸਤਿਗੁਰੂ ਜੀ ਤੁਹਾਡੇ ਬਹੁਤ ਸਾਰੇ ਲੋਕ ਜਿਹੜੇ ਨੇ ਸ਼ਿਕਾਇਤ ਲੈ ਕੇ ਆਏ ਨੇ, ਔਰ ਤੁਹਾਨੂੰ ਜਵਾਬਦੇਹੀ ਜਿਹੜੀ ਉਹ ਬਣਦੀ ਹੈ। ਹੁਣ ਇੱਥੋਂ ਅੱਗੇ ਸ਼ੁਰੂ ਕਰਦੇ ਹੋਏ ਕਵਿਰਾਜ ਲਿਖਦੇ ਨੇ ਕਿ ਇਹ ਪਰਵਾਨਾ ਜਦੋਂ ਆਇਆ ਹੈ, ਸੁਣ ਪਰਵਾਨਾ ਸ਼ਾਹ ਕੋ, ਸਤਿਗੁਰ ਕਰਿਓ ਵਿਚਾਰ। ਗੁਰੂ ਸਾਹਿਬ ਜੀ ਨੇ ਪਰਵਾਨਾ ਭਾਈ ਬੱਲੂ ਨੂੰ ਕਿਹਾ ਕਿ ਭਾਈ ਬੱਲੂ ਪੜ੍ਹ ਕੇ ਸੁਣਾ। ਪਰਵਾਨਾ ਪੜ੍ਹਿਆ ਗਿਆ ਕਿ ਆਪ ਜੀ ਨੂੰ ਲਾਹੌਰ ਬੁਲਾਇਆ ਹੈ, ਆ ਕੇ ਜਵਾਬ ਦਿਓ। ਔਰ ਧੰਨ ਗੁਰੂ ਅਮਰਦਾਸ ਜੀ ਵਿਚਾਰ ਕਰਦੇ ਨੇ ਕਿ ਲਾਹੌਰ ਸਾਡਾ ਜਾਣਾ ਉਚਿਤ ਨਹੀਂ, ਸਾਡੇ ਥਾਂ 'ਤੇ ਕੋਈ ਐਸਾ ਸਿੱਖ ਜਾਵੇ ਕਿ ਕੋ ਲਾਇਕ ਤਹਿ ਭੇਜਬੇ, ਬੋਲੇ ਸਭਾ ਮਝਾਰ। ਤੇ ਸਿੱਖ ਵੀ ਕੋਈ ਐਸਾ ਲਾਇਕ ਹੋਵੇ ਜਿਹੜਾ ਸਭਾ ਦੇ ਵਿੱਚ ਜਾ ਕੇ ਨਿਚਾਕੂ ਕੇ ਬੋਲ ਵੀ ਸਕਦਾ ਹੋਵੇ। ਚੌਪੇ ਅਜਰ ਜਰਨ ਅਰ ਚਤੁਰ ਮਹਾਨਾ, ਕਹਿਣ ਸੁਣਨ ਗਤ ਜਨ ਹੈ ਨਾਨਾ। ਤੇ ਸਿੱਖ ਵੀ ਉਹ ਕੇਵਲ ਬੋਲਦਾ ਹੀ ਨਾ ਹੋਵੇ, ਕਿਉਂਕਿ ਕਈ ਵਾਰੀ ਬਹੁਤਾ ਬੋਲਣਾ ਜਿਹੜਾ ਹੈ ਉਹ ਵੀ ਕਲੇਸ਼ ਖੜਾ ਕਰਦਾ ਹੈ। ਕਿ ਬੋਲਣਾ ਵੀ ਜਾਣਦਾ ਹੋਵੇ ਔਰ ਨਾ ਜਰੇ ਜਾਨ ਨੂੰ ਜਰ ਵੀ ਸਕਦਾ ਹੋਵੇ, ਕਿਉਂਕਿ ਜਿਹੜੇ ਸ਼ਿਕਾਇਤ ਲੈ ਕੇ ਗਏ ਨੂੰ ਹੋ ਸਕਦਾ ਬਹੁਤ ਸਾਰੇ ਬੋਲ ਐਸੇ ਬੋਲੇ ਜਾਣ ਕਿ ਜਿਹੜੇ ਆਮ ਜਣੇ ਤੋਂ ਸੁਣੇ ਵੀ ਨਾ ਜਾਣ ਤੇ ਬਰਦਾਸ਼ਤ ਵੀ ਨਾ ਹੋ। ਉਹ ਗੱਲਾਂ ਜਰ ਵੀ ਸਕਦਾ ਹੋਵੇ, ਸਿਆਣਾ ਵੀ ਹੋਵੇ, ਔਰ ਕਹਿਣ ਸੁਣਨ ਗਤ ਜਾਣੇ ਨਾ।
ਤੇ ਕਈ ਤਰ੍ਹਾਂ ਦੇ ਨਾਲ ਉਹ ਵਿਚਾਰ ਕਰ ਸਕਦਾ ਹੋਵੇ। ਜਿਵੇਂ ਦਾ ਜਵਾਬ ਕੋਈ ਪੁੱਛੇ, ਸਵਾਲ ਕਰੇ, ਉਵੇਂ ਦਾ ਜਵਾਬ ਦੇਣਾ ਜਾਣਦਾ ਹੋਵੇ। ਜਥਾ ਜੋਗ ਪ੍ਰਸ਼ਨ ਉੱਤਰ ਕਰੈ, ਪੂਰੇ ਬਣੇ ਪੁਕਾਰ ਜੇ ਧਰੈ। ਤੇ ਜਥਾ ਜੋਗ ਉਹਨਾਂ ਦੇ ਸਵਾਲਾਂ ਦਾ ਜਵਾਬ ਵੀ ਦੇਵੇ, ਔਰ ਜਥਾ ਜੋਗ ਅੱਗੋਂ ਸਵਾਲ ਕਰ ਵੀ ਸਕਦਾ ਹੋਵੇ। ਕਿਉਂਕਿ ਇਹ ਸਿਆਣਪ ਵੀ ਹਰ ਕਿਸੇ ਦੇ ਵਿੱਚ ਨਹੀਂ ਹੁੰਦੀ। ਕਈ ਗੱਲਾਂ ਦੇ ਜਵਾਬ ਤਾਂ ਦੇ ਸਕਦੇ ਨੇ, ਪਰ ਪਤਾ ਨਹੀਂ ਲੱਗਦਾ ਕਿ ਅੱਗੋਂ ਅਸੀਂ ਸਵਾਲ ਕੀ ਕਰੀਏ। ਉਹਨਾਂ ਦੇ ਸਵਾਲਾਂ ਦਾ ਜਵਾਬ ਵੀ ਦੇਵੇ, ਫਿਰ ਅੱਗੋਂ ਉਹਨਾਂ ਨੂੰ ਸਵਾਲ ਵੀ ਕਰੇ। ਤੇ ਭਰੀ ਸਭਾ ਦੇ ਵਿੱਚ ਜਿਨ੍ਹਾਂ ਨੇ ਪੁਕਾਰ ਕੀਤੀ, ਸ਼ਿਕਾਇਤ ਕੀਤੀ, ਉਹਨਾਂ ਨੂੰ ਝੂਠੇ ਪਾ ਕੇ ਆਵੇ। ਸਭ ਬਿਦ ਕੋ ਲਾਇਕ ਮਨ ਜਾਨਾ, ਰਾਮਦਾਸ ਗੁਣ ਮਨੋ ਖਜ਼ਾਨਾ। ਵਾਹਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਰੇ ਗੁਣਾਂ ਦਾ ਖਜ਼ਾਨਾ ਸਮਝਿਆ ਕਿ ਸਾਰਿਆਂ ਦੇ ਵਿੱਚ ਜੇ ਕੋਈ ਲਾਇਕ ਹੈ ਤੇ ਉਹ ਨੇ ਧੰਨ ਰਾਮਦਾਸ ਜੀ। ਧੰਨ ਗੁਰੂ ਅਮਰਦਾਸ ਜੀ ਵਿਚਾਰ ਕਰਦੇ ਨੇ ਕਿ ਰਾਮਦਾਸ ਜੀ ਤੇ ਗੁਣਾਂ ਦੇ ਖਜ਼ਾਨੇ ਨੇ। ਔਰ ਦੇਖੋ ਧੰਨ ਗੁਰੂ ਰਾਮਦਾਸ ਜੀ ਦਾ ਇਤਿਹਾਸ ਆਪਾਂ ਸਾਰੇ ਜਾਣਦੇ, ਕੋਈ ਬਹੁਤਾ ਲੰਬਾ ਨਹੀਂ, ਪਰ ਇਤਿਹਾਸ ਦੇ ਵਿੱਚ ਕਿਤੇ ਨਹੀਂ ਆਇਆ ਕਿ ਗੁਰੂ ਰਾਮਦਾਸ ਜੀ ਕਿਸੇ ਸਕੂਲ ਦੇ ਵਿੱਚ ਗਏ ਹੋਣ, ਕਿਸੇ ਵਿਦਿਆਲਿਆ ਦੇ ਵਿੱਚ ਗਏ ਹੋਣ, ਕਿਤੇ ਜਾ ਕੇ ਤੰਤੇ ਸਾਜ ਸਿੱਖੇ ਹੋਣ। ਕਿਉਂਕਿ ਇਹ ਗੁਣ, ਇਹ ਵਿਦਿਆ ਜਿਹੜੀ ਧੁਰ ਦੀ ਵਿਦਿਆ ਹੈ, ਇਹ ਧੰਨ ਗੁਰੂ ਰਾਮਦਾਸ ਹੀ ਜਾਣਦੇ ਨੇ ਤੇ ਉਹਨਾਂ ਦੇ ਕੋਲ ਹੀ ਹੈ। ਔਰ ਧੰਨ ਗੁਰੂ ਅਮਰਦਾਸ ਜੀ ਜਾਣਦੇ ਨੇ ਕਿ ਸਾਰਿਆਂ ਦੇ ਲਾਇਕ ਸਾਰੇ ਗੁਣ, ਜੇ ਗੁਣਾਂ ਦਾ ਖਜ਼ਾਨਾ ਹੈ ਤੇ ਉਹ ਧੰਨ ਗੁਰੂ ਰਾਮਦਾਸ ਜੀ ਨੇ। ਨਿਕਟ ਹਕਾਰਿਓ ਲੀਨ ਬਿਠਾਏ, ਹਿਤ ਸੋ ਨਿਕੇ ਤੇ ਸਮਝਾਏ। ਧੰਨ ਗੁਰੂ ਅਮਰਦਾਸ ਜੀ ਨੇ ਇਹ ਵਿਚਾਰ ਕਰਕੇ ਧੰਨ ਗੁਰੂ ਰਾਮਦਾਸ ਜੀ ਨੂੰ ਕੋਲ ਬੁਲਾਇਆ ਹੈ, ਬੜੇ ਸਤਿਕਾਰ ਦੇ ਨਾਲ ਕੋਲ ਬਿਠਾਇਆ, ਔਰ ਫਿਰ ਚੰਗੀ ਤਰ੍ਹਾਂ ਦੇ ਨਾਲ ਗੱਲ ਸਮਝਾਈ। ਹੇ ਸੁਤ ਦਿਜ ਕਤਰੇ ਕੁਲਵਾਨ, ਗਏ ਪੁਕਾਰੂ ਜਾਤ ਗੁਮਾਨ। ਔਰ ਧੰਨ ਗੁਰੂ ਅਮਰਦਾਸ ਜੀ ਰਾਮਦਾਸ ਜੀ ਨੂੰ ਕੀ ਕਹਿੰਦੇ ਨੇ ਕਿ ਇਹ ਪੁੱਤਰ, ਕਿਉਂਕਿ ਸਤਿਗੁਰੂ ਜੀ ਦੇ ਦਮਾਦ ਨੇ, ਜਵਾਈ ਨੇ। ਔਰ ਗੁਰੂ ਸਾਹਿਬ ਜੀ ਪੁੱਤਰ ਕਹਿ ਕੇ ਕਹਿੰਦੇ ਨੇ, ਪੁੱਤਰ ਇਹ ਕੁਝ ਖੱਤਰੀ, ਕੁਝ ਦਿਜ ਬ੍ਰਾਹਮਣ, ਜਿਨ੍ਹਾਂ ਨੂੰ ਆਪਣੇ ਉੱਚੇ ਜਾਤ ਦਾ ਬੜਾ ਹੰਕਾਰ, ਬੜਾ ਅਭਿਮਾਨ ਹੈ, ਉਹਨਾਂ ਨੇ ਲਾਹੌਰ ਜਾ ਕੇ ਅਕਬਰ ਦੇ ਕੋਲ, ਬਾਦਸ਼ਾਹ ਦੇ ਕੋਲ ਸਾਡੇ ਕੋਈ ਸ਼ਿਕਾਇਤ ਕੀਤੀ ਹੈ। ਹਮਕੋ ਦੇਖ ਸਕੇ ਨਹਿ ਸੋਏ, ਅਗਿਆਨੀ ਮਤ ਮੂਰਖ ਹੋਏ। ਔਰ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ, ਪੁੱਤਰ ਇਹ ਤਾਂ ਸਭ ਨੂੰ ਪਤਾ ਹੈ ਕਿ ਅਸੀਂ ਕਦੇ ਕਿਸੇ ਦੇ ਨਾਲ ਵਾਅਦਾ ਨਹੀਂ ਕੀਤਾ, ਕਦੇ ਕਿਸੇ ਦਾ ਕੁਝ ਵਿਗਾੜਿਆ ਨਹੀਂ, ਪਰ ਅਸਲ ਵਿੱਚ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਇਹ ਇਰਖਾਲੂ ਲੋਕ ਨੇ। ਇਹ ਗੁਰੂ ਘਰ ਦੇ ਚੜ੍ਹਦੀ ਕਲਾ ਔਰ ਸਿੱਖਾਂ ਦੇ ਵੱਧਦੀ ਹੋਈ ਗਿਣਤੀ ਨੂੰ ਵੇਖ ਕੇ ਬਰਦਾਸ਼ਤ ਨਹੀਂ ਕਰ ਸਕੇ, ਇਹ ਜਾਣ ਨਹੀਂ ਸਕੇ, ਸੜ ਗਏ ਨੇ। ਬਹੁ ਪੁਰ ਕੇ ਮਿਲ ਗਏ ਫਿਰਾਦੇ, ਮਤ ਸਰਕਾਰ ਮਿਥਿਆ ਅਪਵਾਦੇ। ਔਰ ਜਦੋਂ ਧੰਨ ਗੁਰੂ ਰਾਮਦਾਸ ਜੀ ਸੁਣਦੇ ਨੇ ਤੇ ਹੱਥ ਜੋੜ ਕੇ ਕਹਿੰਦੇ ਨੇ, ਗੁਰੂ ਪਿਤਾ ਸਤਿਗੁਰੂ ਜੀ, ਕਿ ਇਹ ਗੋਬਿੰਦਵਾਲ ਸਾਹਿਬ ਦੇ ਜਿਹੜੇ ਨਗਰ ਦੇ ਇਹ ਬ੍ਰਾਹਮਣ ਖੱਤਰੀ ਗਏ ਨੇ, ਇਹਨਾਂ ਸ਼ਿਕਾਇਤ ਕੀਤੀ ਹੈ। ਤੇ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ, ਕੇਵਲ ਗੋਬਿੰਦਵਾਲ ਸਾਹਿਬ ਦੇ ਨਹੀਂ, ਕਈ ਪਿੰਡਾਂ ਦੇ ਬ੍ਰਾਹਮਣ ਖੱਤਰੀ ਇਕੱਠੇ ਹੋ ਕੇ ਗਏ ਨੇ, ਕਈ ਪਿੰਡਾਂ ਦੇ ਆਗੂ ਇਕੱਠੇ ਹੋ ਕੇ ਗਏ ਨੇ। ਵੇਚ ਕਚਹਿਰੇ ਕੇ ਸੰਵਾਦ, ਕਹਿ ਜੀਤੋ ਧਰ ਅਹਿਲਾਦ। ਹੁਣ ਸਤਿਗੁਰੂ ਜੀ ਕਹਿੰਦੇ ਨੇ, ਇਹਨਾਂ ਨੇ ਤੇ ਜਾ ਕੇ ਸਾਡੀ ਸ਼ਿਕਾਇਤ ਕਰ ਦਿੱਤੀ ਝੂਠੀ, ਪਰ ਪੁੱਤਰ ਜੀ ਤੁਸੀਂ ਆਨੰਦ ਧਾਰ ਕੇ ਜਾਓ, ਲਾਹੌਰ ਜਾ ਕੇ ਵਿੱਚ ਭਰੀ ਕਚਹਿਰੀ ਦੇ ਉਹਨਾਂ ਦੇ ਸਵਾਲਾਂ ਦਾ ਜਵਾਬ ਦਿਓ। ਉਹਨਾਂ ਨੂੰ ਸਵਾਲ ਪੁੱਛੋ ਕਿ ਅਸੀਂ ਤੁਹਾਡਾ ਕੀ ਵਿਗਾੜਿਆ ਹੈ, ਤੁਸੀਂ ਸ਼ਿਕਾਇਤ ਜਿਹੜੀ ਕੀਤੀ ਹੈ ਉਹ ਕਰਨੀ ਬਣਦੀ ਵੀ ਹੈ ਕਿ ਨਹੀਂ। ਜਿਮ ਬੂਝੇ ਤਿਮ ਦਹੋ ਜਵਾਬ, ਕਰੋ ਨ ਡੇਰੇ ਜਾਹੋ ਸ਼ਿਤਾਬ।
ਸਤਿਗੁਰੂ ਜੀ ਕਹਿੰਦੇ ਨੇ ਪੁੱਤਰ ਰਾਮਦਾਸ ਜੀ ਜਾਓ ਛੇਤੀ ਕਰੋ, ਦੇਰ ਨਾ ਲਾਇਓ। ਜਿਵੇਂ ਪੁੱਛਣਗੇ ਕਚਹਿਰੀ ਦੇ ਵਿੱਚ, ਜਿਹੜੀ ਗੱਲ ਪੁੱਛਣਗੇ ਉਸੇ ਦਾ ਜਵਾਬ ਦੇਣਾ ਹੈ, ਔਰ ਐਨ ਬਿਲਕੁਲ ਨਿਝੱਕ ਹੋ ਕੇ ਜਵਾਬ ਦੇਣਾ ਹੈ। ਸੁਣਤ ਕਰੇ ਹੋਏ ਬਿਨਤੀ ਠਾਨੀ, ਹੇ ਸਤਿਗੁਰੂ ਸਭ ਮਤ ਗੁਣ ਖਾਨੀ। ਇਹ ਸੁਣਦਿਆਂ ਨਾਲ ਧੰਨ ਗੁਰੂ ਰਾਮਦਾਸ ਜੀ ਉੱਠ ਕੇ ਖਲੋਗੇ ਕਿ ਸਤਿਗੁਰੂ ਜੀ ਦਾ ਹੁਕਮ ਹੈ ਜਾਣਾ, ਹੁਣੇ ਜਾਣਾ, ਪਰ ਹੱਥ ਜੋੜ ਕੇ ਪਹਿਲੋਂ ਬੇਨਤੀ ਕਰਦੇ ਨੇ ਕਿ ਸਤਿਗੁਰੂ ਜੀ ਜੋ ਆਪ ਜੀ ਦੀ ਆਗਿਆ, ਜੋ ਹੁਕਮ, ਇੱਕ ਬੇਨਤੀ ਹੈ। ਤੁਮਰੇ ਪ੍ਰੇਮ ਬਿਨਾ ਕੁਛ ਆਨ, ਮੈਂ ਨਹਿ ਜਾਣਤ ਕਹਾਂ ਬਖਾਨ। ਸਤਿਗੁਰੂ ਜੀ ਆਪ ਜੀ ਦਾ ਹੁਕਮ ਹੈ, ਹੁਣੇ ਮੈਂ ਲਾਹੌਰ ਨੂੰ ਜਾਣਾ, ਪਰ ਬੇਨਤੀ ਇਹ ਹੈ ਕਿ ਮੈਨੂੰ ਜੇ ਕੁਛ ਆਉਂਦਾ ਹੈ ਕਿ ਉਹ ਕੇਵਲ ਤੇ ਕੇਵਲ ਆਪ ਜੀ ਦੇ ਚਰਨਾਂ ਦਾ ਪ੍ਰੇਮ ਹੀ ਹੁੰਦਾ ਹੈ। ਪ੍ਰੇਮ ਕਿਵੇਂ ਕਰਨਾ ਹੈ, ਸੇਵਾ ਕਿਵੇਂ ਕਰਨੀ, ਇਸ ਤੋਂ ਬਿਨਾਂ ਮੈਨੂੰ ਹੋਰ ਤੋਂ ਕੁਝ ਆਉਂਦਾ ਵੀ। ਤਾਂ ਉੱਥੇ ਜਾ ਕੇ ਮੈਂ ਕਹਿਣਾ ਕਿ ਇਹ ਵਿਖਿਆਨ ਕੀ ਕਰਨਾ ਹੈ। ਗਾਇਤਰੀ ਸ਼ਰੁਤ ਸਿਮਰਤ ਸਾਰ, ਪਠੇ ਨ ਕਬਹੂ ਕਰੇ ਵਿਚਾਰ। ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਸਤਿਗੁਰੂ ਜੀ ਗਾਇਤਰੀ ਤਾਂ ਅਸੀਂ ਕਦੇ ਪੜ੍ਹੀ ਨਹੀਂ, ਸ਼ਰੂਤੀਆਂ ਤਾਂ ਅਸੀਂ ਕਦੇ ਪੜ੍ਹੀਆਂ ਹੀ ਨਹੀਂ, ਸਿਮਰਤੀਆਂ ਦੇ ਸਾਰ ਅਸੀਂ ਕਦੇ ਪੜ੍ਹ ਕੇ ਵੀ ਨਹੀਂ ਦੇਖੇ। ਕਿਉਂਕਿ ਜੇ ਬ੍ਰਾਹਮਣ ਗਏ ਨੇ, ਖੱਤਰੀ ਗਏ ਨੇ, ਉਹਨਾਂ ਜੋ ਕੁਛ ਜਿਹੜੇ ਗ੍ਰੰਥ ਪੜ੍ਹਦੇ ਨੇ ਉਹਦੇ ਮੁਤਾਬਕ ਕੋਈ ਧਰਮ ਦੇ ਮੁਤਾਬਕ ਕੋਈ ਸ਼ਿਕਾਇਤ ਕੀਤੀ ਹੋਵੇਗੀ ਨਾ। ਇਹ ਗਾਇਤਰੀ ਸ਼ਰੂਤੀਆਂ ਸਿਮਰਤੀਆਂ ਇਹਨਾਂ ਦੇ ਵਿੱਚੋਂ ਕੁਝ ਨਾ ਕੁਝ ਪੁੱਛਣਗੇ ਨਾ ਜੀ। ਇਹ ਤੇ ਅਸੀਂ ਕਦੇ ਪੜ੍ਹੇ ਨਹੀਂ, ਵਿਚਾਰੇ ਹੀ ਨਹੀਂ। ਆਗਿਆ ਤੁਮਰੇ ਕੇ ਅਨੁਸਾਰ, ਮੈਂ ਬੋਲੋ ਸੰਗ ਹੋਏ ਹਜ਼ਾਰ। ਪਰ ਸਤਿਗੁਰੂ ਜੀ ਜੇ ਆਪ ਜੀ ਦਾ ਹੁਕਮ ਹੈ, ਆਪ ਜੀ ਦੀ ਆਗਿਆ ਹੈ, ਭਾਵੇਂ ਮੈਂ ਕੁਝ ਨਹੀਂ ਜਾਣਦਾ, ਪਰ ਹਜ਼ਾਰ ਵੀ ਲੋਕ ਬੈਠੇ ਹੋਣ, ਹਜ਼ਾਰਾਂ ਦੇ ਵਿੱਚ ਵੀ ਜਾ ਕੇ ਬੋਲਾਂਗਾ। ਬਿਰਦ ਲਾਜ ਤੁਮ ਕੋ ਸਭਿਆ ਹੈ, ਹਮਰੋ ਨਾਮ ਨ ਕਹੂ ਕਹਿ। ਕਿਉਂਕਿ ਸਭਾ ਦੇ ਵਿੱਚ ਜਿੱਤ ਹਾਰ ਸਤਿਗੁਰੂ ਜੀ ਤੁਹਾਡੀ ਕਿਰਪਾ ਹੋਏਗੀ। ਮੇਰਾ ਨਾਮ ਕੋਈ ਨਹੀਂ ਜਾਣਦਾ, ਔਰ ਮੈਨੂੰ ਆਪਣੀ ਇੱਜ਼ਤ ਦਾ ਕੋਈ ਮਤਲਬ ਹੀ ਨਹੀਂ। ਜਿਹੜਾ ਮੇਰਾ ਕੋਈ ਨਾਂ ਹੀ ਨਹੀਂ ਜਾਣਦਾ, ਉਸ ਸਭਾ ਦੇ ਵਿੱਚ ਤੁਸੀਂ ਲਾਜ ਆਪਣੇ ਬਿਰਦ ਦੀ ਆਪ ਹੀ ਰੱਖਣੀ ਹੈ। ਕਿਉਂਕਿ ਜੇ ਉੱਥੇ ਵਡਿਆਈ ਹੋਣੀ ਤੇ ਵਡਿਆਈ ਵੀ ਗੁਰੂ ਘਰ ਦੀ ਹੋਣੀ ਹੈ। ਇਮ ਬੇਣ ਤੇ ਸੁਣ ਸਰੋਣ ਕਿਰਪਾਲ, ਕਿਰਪਾ ਦ੍ਰਿਸ਼ਟ ਪਿਕ ਕੈ ਤਿਸ ਕਾਲ। ਕਿਰਪਾਲੂ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਨੇ ਜਦੋਂ ਰਾਮਦਾਸ ਜੀ ਦੀ ਬੇਨਤੀ ਸੁਣੀ, ਨਾਲੇ ਮੁਸਕਰਾਏ ਨੇ, ਨਾਲੇ ਕਿਰਪਾ ਦੀ ਦ੍ਰਿਸ਼ਟੀ ਨਾਲ ਧੰਨ ਗੁਰੂ ਰਾਮਦਾਸ ਜੀ ਵੱਲ ਵੇਖਦੇ ਨੇ ਤੇ ਬਚਨ ਕਰਦੇ ਨੇ। ਸਤਿਗੁਰ ਕਹਿਓ ਭਲੇ ਸਮਝਾਏ, ਹੇ ਸੁਤ ਤਰਾਸ ਨੇ ਕੀਜੇ ਕਾਏ। ਧੰਨ ਗੁਰੂ ਰਾਮਦਾਸ ਜੀ ਨੂੰ ਗੁਰੂ ਅਮਰਦਾਸ ਜੀ ਬਚਨ ਕਰਦੇ ਨੇ, ਮੁਸਕਰਾ ਕੇ ਕਹਿੰਦੇ ਨੇ, ਪੁੱਤਰ ਕਿ ਤੁਸੀਂ ਕਿਸੇ ਗੱਲ ਤੋਂ ਨਹੀਂ ਡਰਨਾ, ਤੁਸੀਂ ਕਿਸੇ ਗੱਲ ਤੋਂ ਝਗੜਨਾ ਨਹੀਂ, ਕਿਉਂਕਿ ਤੁਸੀਂ ਨਿਰਭਉ ਨੂੰ ਜਪਣ ਵਾਲੇ ਹੋ, ਤੇ ਨਿਰਭਉ ਨੂੰ ਜਪਦੇ ਜਪਦੇ ਨਿਰਭਉ ਦਾ ਰੂਪ ਹੋ ਚੁੱਕੇ ਹੋ। ਨਿਜ ਭੁਜ ਪਿਖੋ ਦਾਹਿਨੇ ਜਪੈ, ਸਭਾ ਬਿਕੈ ਪੁਰ ਆਵੈ ਸਭੈ। ਸਤਿਗੁਰੂ ਜੀ ਕਹਿੰਦੇ ਨੇ ਜਦੋਂ ਵੀ ਕੋਈ ਵੀ ਸਵਾਲ ਪੁੱਛਣਗੇ, ਬਸ ਇੱਕ ਓਂਕਾਰ ਕਹਿ ਕੇ ਆਪਣੀ ਸੱਜੀ ਬਾਹ ਵੱਲ ਵੇਖ ਲੈਣਾ ਹੈ। ਇਹ ਕਹਿ ਦੇ ਕਿ ਸੱਜੇ ਬਾਹ ਦੇ ਵਿੱਚ ਗੁਰੂ ਸਾਹਿਬ ਨੇ ਸਾਰੀਆਂ ਤਾਕਤਾਂ ਰੱਖੀਆਂ ਨੇ। ਸਵਾਲ ਜਿਵੇਂ ਦਾ ਵੀ ਹੋਵੇਗਾ, ਉਸੇ ਤਰ੍ਹਾਂ ਦਾ ਜਵਾਬ ਉਸੇ ਵੇਲੇ ਤੁਹਾਡੇ ਸਾਹਮਣੇ ਆਪਣੇ ਆਪ ਹੀ ਆ ਜਾਣਾ ਹੈ। ਚਾਰੋਂ ਵੇਦ ਭੇਦ ਕੋ ਪਾਵੈ, ਖਟ ਸ਼ਾਸਤਰ ਵਗਤਾ ਹੋਏ ਜਾਵੈ। ਸਤਿਗੁਰੂ ਜੀ ਕਹਿੰਦੇ ਨੇ ਜਦੋਂ ਸ਼ਾਸਤਰਾਂ ਦੇ ਵਿੱਚੋਂ, ਵੇਦਾਂ ਦੇ ਵਿੱਚੋਂ, ਸਿਮਰਤੀਆਂ ਦੇ ਵਿੱਚੋਂ ਕੋਈ ਸਵਾਲ ਪੁੱਛਣਗੇ, ਜਦੋਂ ਤੁਸੀਂ ਸੱਜੇ ਬਾਹ ਵੱਲ ਦੇਖੋਗੇ, ਰਾਮਦਾਸ ਜੀ ਪੁੱਤਰ ਚਾਰੇ ਵੇਦਾਂ ਦੇ ਗਿਆਤਾ ਤੁਸੀਂ ਹੋ ਜਾਓਗੇ। ਖਟ ਸ਼ਾਸਤਰ, ਛੇ ਸ਼ਾਸਤਰ ਜਿਹੜੇ ਨੇ ਉਹਨਾਂ ਦੇ ਸਭ ਤੋਂ ਵੱਡੇ ਵਕਤਾ ਤੁਸੀਂ ਹੋਵੋਗੇ। ਅਪਰ ਜੇ ਉਕਤ ਜੁਗਤ ਸਭ ਹੋਏ, ਸਾਰ ਪਰਾਗਣ ਕੋ ਲਖ ਸੋਏ।
ਤੇ ਸਤਿਗੁਰੂ ਜੀ ਕਹਿੰਦੇ ਨੇ ਹੋਰ ਵੀ ਉਕਤੀਆਂ ਜੁਗਤੀਆਂ ਨਾਲ ਜਿਵੇਂ ਵੀ ਪੁੱਛਣਗੇ ਨਾ, ਭਾਵੇਂ ਵੇਦਾਂ ਵਿੱਚੋਂ, ਸ਼ਾਸਤਰਾਂ ਵਿੱਚੋਂ, ਭਾਵੇਂ ਕਿਤੋਂ ਵੀ ਸਵਾਲ ਪੁੱਛਣ, ਬਸ ਕਹਿੰਦੇ ਨੇ ਸਾਰੇ ਸਿਧਾਂਤ ਤੁਸੀਂ ਉਸੇ ਵੇਲੇ ਜਾਣ ਜਾਓਗੇ। ਸਿਧਾਂਤ ਤੁਹਾਡੇ ਸਾਹਮਣੇ ਆਪਣੇ ਆਪ ਹੀ ਆ ਜਾਣਾ ਹੈ। ਨਿਰਭੈ ਸਭ ਮਹਿ ਕਹੀਐ ਬਾਣੀ, ਹੇ ਸੁਤ ਪ੍ਰਾਪਤ ਵਿਜੈ ਮਹਾਨੀ। ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ, ਪੁੱਤਰ ਰਾਮਦਾਸ ਜੀ, ਨਿਰਭਉ ਹੋ ਕੇ ਸਾਰਿਆਂ ਦੇ ਵਿੱਚ ਬੋਲਣਾ ਹੈ, ਔਰ ਤੁਸੀਂ ਵੱਡੇ ਮਹਾਨ ਉੱਥੋਂ ਜਿੱਤ ਪ੍ਰਾਪਤ ਕਰਕੇ ਆਉਣੀ ਹੈ। ਸ਼ਾਸਤਰਾਣ ਕੇ ਕਰਤਾ ਜੋਏ, ਤੁਝ ਸੰਗ ਕਹੈ ਸਮਰੱਥ ਨ ਸੋਏ। ਸਤਿਗੁਰੂ ਜੀ ਕਹਿੰਦੇ ਨੇ, ਇਹ ਤੇ ਇਹਨਾਂ ਸ਼ਾਸਤਰਾਂ ਨੂੰ ਪੜ੍ਹਨ ਵਾਲੇ ਨੇ ਜਾ ਕੇ ਸਾਡੀ ਸ਼ਿਕਾਇਤ ਕੀਤੀ ਹੈ ਨਾ, ਉੱਥੇ ਜਦੋਂ ਤੁਸੀਂ ਉਹਨਾਂ ਦੇ ਅਰਥ ਕਰਨੇ ਨੇ, ਇਹ ਸ਼ਾਸਤਰ ਜਿਹੜੇ ਰਚਣ ਵਾਲੇ ਨੇ, ਲਿਖਣ ਵਾਲੇ ਨੇ, ਉਹਨਾਂ ਨੇ ਵੀ ਕਹਿਣਾ ਕਿ ਧੰਨ ਗੁਰੂ ਰਾਮਦਾਸ ਜੀ ਸਮਰੱਥ ਨੇ, ਇਹਨਾਂ ਵਰਗਾ ਹੋਰ ਕੋਈ ਗਿਆਤਾ ਨਹੀਂ, ਇਹਨਾਂ ਵਰਗਾ ਹੋਰ ਕੋਈ ਵਿਦਵਾਨ ਹੋ ਹੀ ਨਹੀਂ ਸਕਦਾ। ਇਹੋ ਨਾਰੇ ਬਪਰਨ ਕੇ ਕਿਆ ਗਿਣਤੇ, ਸਰਬ ਸੁਰਾਸੁਰ ਠਾਨੇ ਬਿਣਤੇ। ਸਤਿਗੁਰੂ ਜੀ ਕਹਿੰਦੇ ਨੇ, ਇਹ ਵਿਚਾਰੇ ਮਾੜੇ ਮੋਟੇ ਗਿਆਨੀ, ਇਹ ਛੋਟੇ ਮੋਟੇ ਪੰਡਤ ਵਿਦਵਾਨ, ਇਹਨਾਂ ਦੀ ਗਿਣਤੀ ਕੀ ਹੈ? ਉਹ ਤੇ ਜਿਹੜੇ ਵੇਦ ਸਿਮਰਤ ਸ਼ਾਸਤਰ ਲਿਖਣ ਵਾਲੇ ਨੇ, ਉਹਨਾਂ ਨੇ ਆ ਕੇ ਤੁਹਾਡੇ ਚਰਨਾਂ 'ਚ ਨਮਸਕਾਰ ਕਰਨੀ ਹੈ, ਤੁਹਾਨੂੰ ਧੰਨ ਕਹਿਣਾ ਹੈ। ਹਿਮ ਸੁਣ ਬਾਕਣ ਧਰਿਓ ਭਰੋਸਾ, ਕਰ ਬੰਧਨ ਕੋ ਚਲੇ ਅਦੁਸਾ। ਕਿਉਂਕਿ ਧੰਨ ਗੁਰੂ ਰਾਮਦਾਸ ਜੀ ਨੇ ਪਹਿਲੋਂ ਬੇਨਤੀ ਕੀਤੀ, ਸਤਿਗੁਰੂ ਜੀ ਇੱਕੋ ਹੀ ਕੰਮ ਹੁੰਦਾ ਹੈ ਕਿ ਤੁਹਾਡੇ ਚਰਨਾਂ ਨਾਲ ਪ੍ਰੇਮ ਕਿਵੇਂ ਕਰਨਾ, ਭਰੋਸਾ ਕਿਵੇਂ ਕਰਨਾ ਹੈ। ਉਸ ਭਰੋਸੇ ਨੂੰ ਬਰਕਰਾਰ ਰੱਖਿਆ। ਧੰਨ ਗੁਰੂ ਰਾਮਦਾਸ ਜੀ ਨੇ, ਭਾਵੇਂ ਉਸ ਵੇਲੇ ਗੁਰੂ ਹਜੇ ਨਹੀਂ ਬਣੇ, ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਨੂੰ ਨਮਸਕਾਰ ਕੀਤੀ, ਬੰਦਨਾ ਕੀਤੀ, ਆਗਿਆ ਲਈ। ਲਵਪੁਰੇ ਆਪਣੇ ਗ੍ਰਹਿ ਮਹਿ ਗਏ, ਉੱਠੇ ਭਰਾਤ ਤਹਿ ਜਾਵਤ ਭਏ। ਆਗਿਆ ਲੈ ਕੇ ਪਹਿਨਾ ਮੰਗਾ ਕੇ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਲਾਹੌਰ ਪਹੁੰਚ ਗਏ, ਔਰ ਅੱਜ ਕਈ ਸਾਲਾਂ ਬਾਅਦ ਲਾਹੌਰ ਗਏ ਨੇ, ਜਾ ਕੇ ਆਪਣਾ ਉਹ ਘਰ ਕਿ ਜਿਹੜੇ 7 ਸਾਲ ਦੀ ਉਮਰ ਵਿੱਚ ਆਪਣੇ ਹੱਥੇ ਤਾਲਾ ਲਾ ਕੇ ਆਏ ਸਨ, ਉਸ ਘਰ ਨੂੰ ਖੋਲ੍ਹਿਆ। ਉਸ ਘਰ ਵਿੱਚ ਜਾ ਕੇ ਸਤਿਗੁਰੂ ਜੀ ਨੇ ਰਾਤ ਬਤੀਤ ਕੀਤੀ। ਸਵੇਰੇ ਉੱਠੇ ਗਏ ਤੇ ਸਵੇਰੇ ਉਸ ਕਚਹਿਰੀ ਵਿੱਚ ਗਏ। ਸੁਣ ਅਕਬਰ ਨੇ ਸਰਬ ਹਕਾਰੇ, ਦਿਜ ਖੱਤਰੀ ਪਹੁੰਚੇ ਤਬ ਸਾਰੇ। ਜਦੋਂ ਅਕਬਰ ਨੇ ਸੁਣਿਆ ਕਿ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਆਪ ਤੇ ਨਹੀਂ ਆਏ, ਪਰ ਉਹਨਾਂ ਨੇ ਕਿਸੇ ਆਪਣੇ ਸਿੱਖ ਨੂੰ ਭੇਜਿਆ ਹੈ ਕਿ ਉਹ ਸਿੱਖ ਜਿਹੜਾ ਸਵਾਲਾਂ ਦਾ ਜਵਾਬ ਦੇਗਾ, ਅਕਬਰ ਨੇ ਸੁਣ ਕੇ ਆਪਣਾ ਹਲਕਾਰਾ ਭੇਜਿਆ। ਉਹਨਾਂ ਸਾਰੇ ਬ੍ਰਾਹਮਣਾਂ ਨੂੰ, ਉਹਨਾਂ ਖੱਤਰੀਆਂ ਨੂੰ ਕਚਹਿਰੀ ਵਿੱਚ ਬੁਲਾ ਲਿਆ ਹੈ। ਅਪਰ ਲੋਕ ਯਾਰ ਸਭ ਉਮਰਾਵ, ਮਿਲ ਇਕੱਠੇ ਹੋਏ ਇਸ ਥਾਮ। ਕਿਉਂਕਿ ਕਈ ਬ੍ਰਾਹਮਣ ਖੱਤਰੀ ਕਈ ਦਿਨਾਂ ਤੋਂ ਲਾਹੌਰ ਜਾ ਕੇ ਬੈਠੇ ਸਨ, ਔਰ ਉੱਥੇ ਉਹਨਾਂ ਤੋਂ ਬਿਨਾਂ ਹੋਰ ਲੋਕਾਂ ਨੇ ਵੀ ਸੁਣਿਆ ਸੀ ਕਿ ਇਹਨਾਂ ਨੇ ਸ਼ਿਕਾਇਤ ਕੀਤੀ ਹੈ, ਗੁਰੂ ਸਾਹਿਬ ਜੀ ਨੇ ਆਉਣਾ ਹੈ। ਉਹ ਕਚਹਿਰੀ ਦੇ ਵਿੱਚ ਉਹਨਾਂ ਤੋਂ ਬਿਨਾਂ ਹੋਰ ਲੋਕ ਵੀ ਬਹੁਤ ਆਏ। ਉੱਥੇ ਬਾਦਸ਼ਾਹ ਦੇ ਜਿਹੜੇ ਅਮੀਰ ਵਜ਼ੀਰ ਨੇ, ਜਿਹੜੇ ਸਾਰੇ ਮੰਤਰੀ ਸੰਤਰੀ ਸਾਰੇ ਇਕੱਠੇ ਹੋ ਗਏ। ਸਭਨ ਸੰਗ ਅਕਬਰ ਨੇ ਕਹਿਓ, ਕੌਣ ਖੋਟ ਇਨ ਮਹ ਤੁਮ ਲਹਿਓ। ਹੁਣ ਉਹਨਾਂ ਸਾਰਿਆਂ ਦੇ ਵਿੱਚ ਬੈਠੇ ਹੋਇਆ ਅਕਬਰ ਨੇ ਸਭ ਤੋਂ ਪਹਿਲਾਂ ਸਵਾਲ ਇਹਨਾਂ ਬ੍ਰਾਹਮਣਾਂ ਨੂੰ ਕੀਤਾ ਕਿ ਪੰਡਤ ਜੀ, ਬ੍ਰਾਹਮਣ ਜੀ, ਤੁਸੀਂ ਆਏ ਹੋ ਸ਼ਿਕਾਇਤ ਲੈ ਕੇ, ਤੇ ਹੁਣ ਸਾਹਮਣੇ ਗੱਲ ਕਰੋਗੇ ਤੁਸੀਂ ਇਹਨਾਂ ਵਿੱਚ ਕਿਹੜੀ ਖੋਟ ਵੇਖੀ ਹੈ ਕਿ ਇਹਨਾਂ ਕਰਕੇ ਤੁਹਾਡੇ ਧਰਮ ਨੂੰ ਕਿਹੜਾ ਖਤਰਾ ਪੈ ਗਿਆ ਹੈ, ਇਹਨਾਂ ਨੇ ਤੁਹਾਡੇ ਧਰਮ ਨੂੰ ਕਿਵੇਂ ਨਸ਼ਟ ਕੀਤਾ, ਕਿਵੇਂ ਖਰਾਬ ਕੀਤਾ, ਸਾਰਿਆਂ ਦੇ ਵਿੱਚ ਦੱਸੋ। ਜਿਸ ਪਾਰ ਕਰ ਪੁਕਾਰ ਸਭ ਆਏ, ਆਪਣੋ ਧਰਮ ਕਹੋ ਸਮਝਾਏ। ਅਕਬਰ ਬਾਦਸ਼ਾਹ ਕਹਿੰਦਾ ਕਿ ਪੰਡਤ ਜੀ, ਜਿਨ੍ਹਾਂ ਉੱਤੇ ਤੁਸੀਂ ਸ਼ਿਕਾਇਤ ਕੀਤੀ ਹੈ ਨਾ, ਆਰੋਪ ਲਾਇਆ ਹੈ, ਹੁਣ ਉਹਨਾਂ ਦੇ ਸਾਹਮਣੇ ਕਹੋ ਤੇ ਆਪਣੇ ਧਰਮ ਦੀ ਗੱਲ, ਜਿਹੜੇ ਤੁਸੀਂ ਧਰਮ ਦੀ ਗੱਲ ਕਰਦੇ ਹੋ, ਉਸ ਧਰਮ ਦੇ ਗ੍ਰੰਥਾਂ ਦੇ ਵਿੱਚੋਂ ਸਮਝਾਓ। ਪੁੱਛ ਲਓ ਕਿ ਪੁੱਛਣਾ, ਸਾਰਿਆਂ ਦੇ ਵਿੱਚ ਸਵਾਲ ਜਵਾਬ ਕਰੋ।
ਦਿਜ ਖੱਤਰੀ ਪੰਡਤ ਵਿੱਚ ਕਈ, ਮਤਸਰ ਅਗਣ ਜਰਤ ਹੈ ਜਈ। ਕਿਉਂਕਿ ਬ੍ਰਾਹਮਣ ਸਨ, ਖੱਤਰੀ ਸਨ, ਵੱਡੇ ਵੱਡੇ ਪੰਡਤ ਵਿਦਵਾਨ ਸਨ, ਪਰ ਕਹਿਣ ਦੇ ਪੰਡਤ ਵਿਦਵਾਨ ਸਨ ਹੈ ਉਹ ਸਿਰਫ ਈਰਖਾ ਦੀ ਅੱਗ ਵਿੱਚ ਸੜਦੇ ਪਏ ਸਨ, ਭੱਠੀ ਦੇ ਵਿੱਚ ਹੀ ਪਏ ਸਨ। ਹੁਣ ਉਹ ਜਿਹੜੇ ਰਖਾਲੂ ਨੇ ਉਹਨਾਂ ਵਿੱਚੋਂ ਬ੍ਰਾਹਮਣ ਬੋਲੇ, ਸੋ ਬੋਲੇ ਇਨ ਖੱਤਰੀ ਜਾਤ, ਆਪਣੋ ਪੰਥ ਕਰਿਓ ਬਖਿਆਤ। ਕਿਉਂਕਿ ਇਹ ਜਾਤਾਂ ਉਹਨਾਂ ਦੀਆਂ ਬਣਾਈਆਂ ਹੋਈਆਂ ਨੇ, ਮਨੂ ਸਿਮਰਤੀਆਂ ਦੀ ਬਣਾਈਆਂ ਹੋਈਆਂ ਨੇ। ਹੁਣ ਉਹ ਬ੍ਰਾਹਮਣ ਕਹਿੰਦੇ ਨੇ ਕਿ ਬਾਦਸ਼ਾਹ ਇਹ ਜਾਤ ਇਹਨਾਂ ਦੀ ਖੱਤਰੀ ਹੈ, ਇਹ ਖੱਤਰੀ ਨੇ, ਤੇ ਖੱਤਰੀਆਂ ਦਾ ਧਰਮ ਤੇ ਕੋਈ ਖੱਤਰੀਆਂ ਵਾਲਾ ਕਰਦੇ ਨਹੀਂ। ਇਹਨਾਂ ਤੇ ਆਪਣਾ ਹੀ ਪੰਥ, ਆਪਣਾ ਹੀ ਧਰਮ ਪ੍ਰਗਟ ਕਰ ਲਿਆ ਹੈ, ਆਪਣੇ ਪੰਥ ਤੇ ਆਪਣੀ ਮਰਜ਼ੀ ਨਾਲ ਹੀ ਚੱਲਦੇ ਨੇ। ਵੇਦ ਰੇਤ ਕੋ ਤਿਆਗਣ ਕਰਿਓ, ਔਰੇ ਮਤ ਆਪਣੋ ਪ੍ਰਚਰਿਓ। ਇਹਨਾਂ ਨੇ ਵੇਦਾਂ ਦੇ ਰੀਤ ਮਰਿਆਦਾ ਬਿਲਕੁਲ ਹੀ ਛੱਡ ਦਿੱਤੀ ਹੈ। ਇਹਨਾਂ ਨੇ ਆਪਣਾ ਕੋਈ ਹੋਰ ਹੀ ਮਤ ਪ੍ਰਚਲਿਤ ਕਰ ਲਿਆ ਹੈ, ਹੋਰ ਹੀ ਧਰਮ ਚਲਾ ਲਿਆ ਹੈ। ਅਪਰ ਬਾਤ ਤੋ ਕਹਿਣੀ ਕਹਾ, ਹਿੰਦੁਣ ਧਰਮ ਗੇਤਰੀ ਮਹਾ। ਹੁਣ ਇਹ ਬ੍ਰਾਹਮਣ ਬੋਲ ਕੇ ਕਹਿੰਦੇ ਨੇ ਕਿ ਬਾਦਸ਼ਾਹ ਹੋਰ ਤੇ ਗੱਲਾਂ ਕੀ ਕਰਨੀਆਂ ਨੇ, ਕਿ ਹਿੰਦੂ ਧਰਮ ਦੇ ਵਿੱਚ ਸਭ ਤੋਂ ਵੱਡੇ ਮੰਨੇ ਜਾਂਦੇ ਗਾਇਤਰੀ, ਗਾਇਤਰੀ ਦਾ ਪਾਠ, ਗਾਇਤਰੀ ਮੰਤਰ, ਇਹਨਾਂ ਉਹ ਵੀ ਛੱਡ ਦਿੱਤਾ ਹੈ। ਤੇ ਫਿਰ ਕਹਦੇ ਖੱਤਰੀ ਨੇ, ਸੋ ਪੇ ਨਹਿ ਜਾਣੇ ਨਹਿ ਜਪੈ, ਗੁਰਬਾਣੀ ਕੁਛ ਔਰਣ ਥਪੈ। ਤੇ ਇਹ ਬ੍ਰਾਹਮਣ ਕਹਿੰਦੇ ਨੇ ਛੱਡਿਆ ਤੇ ਕੀ ਗਾਇਤਰੀ ਮੰਤਰ। ਇਹ ਖੱਤਰੀ ਨੇ, ਇਹਨਾਂ ਨੂੰ ਗਾਇਤਰੀ ਮੰਤਰ ਦਾ ਪਾਠ ਕਰਨਾ ਹੀ ਨਹੀਂ ਹੁੰਦਾ, ਪੜ੍ਹਨਾ ਹੀ ਨਹੀਂ ਹੁੰਦਾ। ਕਿਉਂਕਿ ਇਹ ਤਾਂ ਪੜ੍ਹਦੇ ਨੇ, ਪੜ੍ਹਦੇ ਕੁਛ ਹੋਰ ਨੇ, ਉਹਨੂੰ ਗੁਰਬਾਣੀ ਕਹਿੰਦੇ ਨੇ। ਗੁਰਬਾਣੀ ਕੁਛ ਔਰੇ ਥਪੈ, ਹੋਰ ਗੁਰਬਾਣੀ ਪੜ੍ਹਦੇ ਨੇ। ਉੱਥੇ ਤਾਂ ਸਾਨੂੰ ਇੱਕ ਓਂਕਾਰ ਦੀ ਸਮਝ ਲੱਗਦੀ, ਇੱਕ ਓਂਕਾਰ ਕਹਿੰਦੇ ਨੇ। ਤਬ ਅਕਬਰ ਨੇ ਇਨ ਦਿਸ ਦੇਖਾ, ਗਾਇਤਰੀ ਤੁਮ ਧਰਮ ਵਸਿੱਖਾ। ਇਹ ਸੁਣ ਕੇ ਬਾਦਸ਼ਾਹ ਨੇ ਧੰਨ ਗੁਰੂ ਰਾਮਦਾਸ ਜੀ ਵੱਲ ਦੇਖਿਆ ਕਿ ਰਾਮਦਾਸ ਜੀ, ਇਹ ਪੰਡਤ ਜੀ ਜੋ ਕਹਿੰਦੇ ਨੇ ਠੀਕ ਕਰ ਰਹੇ ਨੇ, ਕਿ ਤੁਹਾਡੇ ਧਰਮ ਦੇ ਵਿੱਚ, ਹਿੰਦੂ ਮੱਤ ਦੇ ਵਿੱਚ, ਜੇ ਤੁਸੀਂ ਖੱਤਰੀ ਹੋ ਤਾਂ ਤੁਹਾਡੇ ਵਿੱਚ ਗਾਇਤਰੀ ਪਾਠ ਹੈ ਜਾਂ ਗਾਇਤਰੀ ਜਿਹੜਾ ਮੰਤਰ ਹੈ ਉਹ ਵਿਸ਼ੇਸ਼ ਹੈ, ਉਹ ਜ਼ਰੂਰੀ ਹੁੰਦਾ ਹੈ। ਸੋ ਪੇ ਪਠੇ ਨਾ ਤੁਮਨੇ ਕੈਸੇ, ਹਿੰਦੂ ਧਰਮ ਖੱਤਰੀ ਕਿਮ ਹੈਸੇ। ਬਾਦਸ਼ਾਹ ਕਹਿੰਦਾ ਕਿ ਤੁਸੀਂ ਉਹ ਵੀ ਨਹੀਂ ਪੜ੍ਹਦੇ, ਪੜ੍ਹਦੇ ਗਏ ਤੇ ਕਹਿੰਦੇ ਤੁਹਾਨੂੰ ਪੜ੍ਹਨੀ ਵੀ ਨਹੀਂ ਆਉਂਦੀ। ਕਿਉਂਕਿ ਧੱਕੇ ਦੇ ਨਾਲ ਉਹ ਹਿੰਦੂ ਬਣਾਉਣਾ ਚਾਹੁੰਦੇ ਨੇ ਨਾ, ਕਿ ਹਿੰਦੂ ਨੇ, ਅਸੀਂ ਹਿੰਦੂ, ਇਹ ਵੀ ਹਿੰਦੂ ਨੇ। ਉਹ ਵੱਖਰੇ ਧਰਮ ਨੂੰ, ਸਿੱਖ ਧਰਮ ਨੂੰ ਤੇ ਅੱਜ ਵੀ ਨਹੀਂ ਮੰਨਦੇ। ਅੱਜ ਵੀ ਕਹਿੰਦੇ ਸਿੱਖ ਕੋਈ ਸਾਡੇ ਵਿੱਚੋਂ ਨਿਕਲੇ ਨੇ। ਫਿਰ ਤੁਸੀਂ ਖੱਤਰੀ ਕਿਵੇਂ ਹੋਏ ਜੇ ਨਹੀਂ ਪੜ੍ਹਦੇ। ਉਹਨੇ ਬਾਦਸ਼ਾਹ ਨੇ ਸਵਾਲ ਕੀਤਾ ਹੈ। ਰਾਮਦਾਸ ਗੁਰ ਬਚਨ ਸੰਭਾਰਾ, ਪੂਜਾ ਤਹਿਣੀ ਦਿਸ਼ਾ ਨਹਾਰਾ। ਧੰਨ ਗੁਰੂ ਰਾਮਦਾਸ ਜੀ ਨੇ ਬਾਦਸ਼ਾਹ ਤੋਂ ਬਚਨ ਸੰਭਾਲਿਆ ਕਿ ਜਵਾਬ ਦੇਣਾ ਹੈ। ਧੰਨ ਗੁਰੂ ਅਮਰਦਾਸ ਜੀ ਨੂੰ ਕੀਤਾ ਯਾਦ, ਸੱਜੇ ਬਾਹ ਵੱਲ ਦੇਖਿਆ ਹੈ। ਹੁਣ ਜਿਹੜਾ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਧੰਨ ਗੁਰੂ ਰਾਮਦਾਸ ਜੀ ਨੇ ਸਵਾਲ ਕੀਤਾ ਹੈ ਕਿ ਬਾਦਸ਼ਾਹ ਇਹ ਤੇ ਗਾਇਤਰੀ ਪਾਠ ਕਰਦੇ ਨੇ, ਮੰਤਰ ਪੜ੍ਹਦੇ ਨੇ, ਪਰ ਇਹਨਾਂ ਤੋਂ ਪੁੱਛ ਲਓ ਇਹਨਾਂ ਨੂੰ ਅਰਥ ਹੁੰਦੇ ਨੇ। ਸਾਰੇ ਉੱਠ ਕੇ ਖਲੋਗੇ ਕਿ ਸਾਨੂੰ ਅਰਥ ਕਿਉਂ ਆਉਣਾ, ਅਸੀਂ ਪੰਡਤ ਹਾਂ, ਅਸੀਂ ਬ੍ਰਾਹਮਣ, ਸਾਡਾ ਤੇ ਕੰਮ ਹੀ ਪੜ੍ਹਨਾ ਪੜਾਉਣਾ ਹੈ। ਔਰ ਸੱਚ ਗੁਰੂ ਨੂੰ ਅਰਥ ਹੁੰਦੇ ਸਨ, ਪਰ ਮੇਰੇ ਵਰਗੇ ਕੇਵਲ ਅੱਖਰੀ ਅਰਥ ਕਿਤਾਬਾਂ ਤੋਂ ਪੜ੍ਹ ਕੇ। ਔਰ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਪਹਿਲੋਂ ਤੇ ਅਰਥ ਤੁਸੀਂ ਸੁਣਾਓ, ਫਿਰ ਮੈਂ ਸੁਣਾਉਂਗਾ। ਔਰ ਕਈਆਂ ਨੇ ਫਿਰ ਵਿੱਚੋਂ ਤਰਕ ਕੀਤਾ ਕਿ ਸਾਡੇ ਤੋਂ ਸੁਣ ਕੇ ਫਿਰ ਸਾਨੂੰ ਸੁਣਾਓਗੇ। ਔਰ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਚਲੋ ਨਹੀਂ ਤੇ ਫਿਰ ਠੀਕ, ਮੈਂ ਸੁਣਾਵਾਂ। ਸਭ ਵਿਦਿਆ ਪ੍ਰਾਪਤ ਭਈ ਐਸੇ, ਚਿਰੰਕਾਰ ਪਟ ਪਾਵੇਂ ਜੈਸੇ। ਧੰਨ ਗੁਰੂ ਰਾਮਦਾਸ ਜੀ ਨੇ ਜਦੋਂ ਧੰਨ ਗੁਰੂ ਅਮਰਦਾਸ ਜੀ ਨੂੰ ਕੀਤਾ ਯਾਦ, ਤੇ ਜਿਹੜਾ ਸਵਾਲ ਉਹਨਾਂ ਨੇ ਕੀਤਾ, ਜਿਹੜੀ ਆ ਗਾਇਤਰੀ ਪਾਠ ਵਾਸਤੇ, ਗਾਇਤਰੀ ਮੰਤਰ ਲਈ ਕੀਤਾ,
ਤੇ ਧੰਨ ਗੁਰੂ ਰਾਮਦਾਸ ਜੀ ਨੂੰ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਤੇ ਮੈਂ ਰੋਜ਼ ਹੀ ਪੜ੍ਹਨਾ, ਇਸ ਤਰ੍ਹਾਂ ਸਾਹਮਣੇ ਆ ਗਿਆ ਕਿ ਜਿਵੇਂ ਤੇ ਰੋਜ਼ ਹੀ ਪੜ੍ਹਨਾ ਤੇ ਜ਼ੁਬਾਨ ਤੇ ਚੜਿਆ ਹੈ। ਬੋਲੇ ਰਾਮਦਾਸ ਸੰਗ ਸ਼ਾਹੂ, ਪਠੇ ਗਤਰੇ ਹਮ ਤੁਮ ਪਾਹੂ। ਫਿਰ ਧੰਨ ਗੁਰੂ ਰਾਮਦਾਸ ਜੀ ਨੇ ਬਾਦਸ਼ਾਹ ਅਕਬਰ ਵੱਲੇ ਮੂੰਹ ਕੀਤਾ, ਕਹਿੰਦੇ ਬਾਦਸ਼ਾਹ ਇਹ ਗਿੱਤਰੇ ਜਿਹੜੇ ਹੈ ਇਸ ਸਭਾ ਦੇ ਵਿੱਚ ਕਚਹਿਰੀ ਦੇ ਵਿੱਚ ਮੈਂ ਪੜ੍ਹ ਤੇ ਦਿੰਦਾ, ਪੜ੍ਹ ਕੇ ਸੁਣਾ ਦਿੰਦਾ, ਅਰਥ ਵੀ ਕਰ ਦਿੰਦਾ। ਅਰਥ ਸਮੇਤ ਸੁਣਾਵੈ ਸਾਰੇ, ਜੋ ਆਸ਼ੇ ਹੈ ਤਾਹੇ ਮਝਾਰੇ। ਔਰ ਸਾਰੇ ਗਿੱਤਰੇ ਅਰਥਾਂ ਸਮੇਤ ਸੁਣਾਵਾਂਗਾ, ਕੇਵਲ ਅਰਥ ਨਹੀਂ, ਉਹਨਾਂ ਅਰਥਾਂ ਦੇ ਜਿਹੜੇ ਭਾਵ ਅਰਥ ਨੇ, ਜੋ ਵਿੱਚ ਆਸ਼ਾ ਹੈ ਉਹ ਵੀ ਸਮਝਾਵਾਂਗਾ। ਜਿਹੜੇ ਭਾਵ ਅਰਥ ਇਹ ਸਮਝਦੇ, ਇਹ ਜਾਣਦੇ ਹੀ ਨਹੀਂ, ਕਿਉਂਕਿ ਕੋਈ ਵੀ ਗ੍ਰੰਥ, ਕੋਈ ਵੀ ਧਰਮ ਤੇ ਕਹਿੰਦੇ ਨਹੀਂ ਕੋਈ ਮਾੜਾ ਹੈ ਕੋਈ ਚੰਗਾ ਹੈ, ਪਰ ਇਹ ਤੇ ਸ਼ੂਦਰ ਨੂੰ ਪੈਰ ਦੀ ਜੁੱਤੀ ਸਮਝਦੇ ਨੇ। ਔਰ ਕਿਤੇ ਨਾ ਕਿਤੇ ਵਿਚਾਰਾਂ ਅੱਜ ਵੀ ਸਾਹਮਣੇ ਆ ਜਾਂਦੀਆਂ ਨੇ। ਸਭ ਕੇ ਵਿੱਚ ਪਾਠ ਤਿਸ ਪੜ੍ਹੈ, ਪਾਪ ਪੁੰਨ ਸਭ ਇਨ ਸਿਰ ਚੜ੍ਹੈ। ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਬਾਦਸ਼ਾਹ ਮੈਂ ਤੇ ਸਾਰਿਆਂ ਦੇ ਵਿੱਚ ਪਾਠ ਪੜ੍ਹ ਕੇ ਸੁਣਾ ਦਿੰਦਾ, ਪਰ ਇਹਨਾਂ ਬ੍ਰਾਹਮਣਾਂ ਨੂੰ ਪੁੱਛ ਲਓ ਕਿ ਇਹ ਤੁਰਕਾਂ ਦੀ ਕਚਹਿਰੀ ਵਿੱਚ ਜਾਂ ਤੁਰਕਾਂ ਦੇ ਸਾਹਮਣੇ ਇਹ ਗਿੱਤਰੇ ਦਾ ਪਾਠ ਪੜ੍ਹਿਆ ਵੀ ਜਾ ਸਕਦਾ ਕਿ ਨਹੀਂ। ਔਰ ਉਹਨਾਂ ਦੇ ਮੁਤਾਬਕ ਇਹ ਮਲੇਸ਼ੀਆ ਦੀ ਸਭਾ ਵਿੱਚ ਨਹੀਂ ਸੀ ਪੜ੍ਹਿਆ ਜਾਂਦਾ। ਮਲੇਸ਼ੀਆ ਦੀ ਸਭਾ ਵਿੱਚ ਕਿ ਤੁਰਕ ਮਲੇਸ਼ ਹੋਣ, ਉਹਨਾਂ ਦੇ ਸਾਹਮਣੇ ਇਹ ਪਾਠ ਪੜ੍ਹਨਾ ਉਹ ਸਮਝਦੇ ਸਨ ਬੜਾ ਵੱਡਾ ਪਾਪ ਹੈ। ਔਰ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਜੇ ਤੁਸੀਂ ਕਹਿੰਦੇ ਹੋ ਮੈਂ ਤਾਂ ਸੁਣਾ ਦਿੰਦਾ, ਕਿਉਂਕਿ ਪਾਪ ਪੁੰਨ ਦੇ ਸਾਨੂੰ ਕੋਈ ਵਿਚਾਰ ਨਹੀਂ। ਵਿਚਾਰ ਇਹ ਕਰਦੇ ਨੇ, ਇਹਨਾਂ ਨੂੰ ਪੁੱਛੋ ਜੇ ਕੋਈ ਪਾਪ ਚੜੇਗਾ ਤੇ ਇਹਨਾਂ ਦੇ ਸਿਰ ਹੀ ਚੜ੍ਹਦਾ ਹੈ। ਹਿਮ ਕਹਿ ਤੁਨ ਕੀਨ ਸਿਸ ਭਾਂਤ, ਸਗਲ ਅਰਥ ਕੋ ਕਹਿ ਬਖਿਆਤ। ਇਸ ਤਰ੍ਹਾਂ ਕਹਿ ਕੇ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਨੇ ਪਹਿਲੋਂ ਤੇ ਉੱਚੇ ਧੁਨ ਦੇ ਵਿੱਚ ਪੜ੍ਹਿਆ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ। ਔਰ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਦੇ ਮੁਖ ਤੋਂ ਇਹ ਧੁਨ ਸੁਣ ਕੇ, ਇਹ ਆਵਾਜ਼ ਸੁਣ ਕੇ ਕਿ ਜਿਵੇਂ ਉੱਥੇ ਹਵਾ ਵੀ ਰੁਕ ਗਈ। ਉੱਥੇ ਕਹਿੰਦੇ ਸਗਲ ਅਰਥ ਕੋ ਕਹਿ ਬਖਿਆਤ। ਉਸ ਤੋਂ ਬਾਅਦ ਸਤਿਗੁਰੂ ਜੀ ਨੇ ਉਹ ਗਾਇਤਰੀ ਦੇ ਸਾਰੇ ਅਰਥ ਵੀ ਦੱਸੇ, ਭਾਵ ਅਰਥ ਵੀ ਦੱਸੇ, ਔਰ ਨਾਲੇ ਸਮਝਾਇਆ ਕਿ ਬਾਦਸ਼ਾਹ ਇਹ ਲੋਕ ਕੇਵਲ ਪੜ੍ਹਦੇ ਹੀ ਨੇ, ਅੱਖਰੀ ਗਿਆਨ ਇਹਨਾਂ ਕੋਲ ਬਥੇਰਾ ਹੋਵੇਗਾ, ਕਿਉਂਕਿ ਅੱਖਰੀ ਗਿਆਨ ਨਾਲ ਗੱਲ ਨਹੀਂ ਬਣਦੀ ਜਦੋਂ ਤੱਕ ਗਿਆਨ ਨੂੰ ਜੀਵਨ ਦੇ ਵਿੱਚ ਲੈ ਕੇ ਨਾ ਆਈ, ਉਹਨੂੰ ਕਮਾਈਏ ਨਾ। ਇਹ ਕੇਵਲ ਪੜ੍ਹਦੇ ਨੇ, ਅਸੀਂ ਕਰਨੇ। ਔਰ ਸਤਿਗੁਰੂ ਜੀ ਨੇ ਪਾਵਨ ਬਚਨ ਕਿਹਾ ਹੈ, ਕੋਈ ਵੀ ਇਤਿਹਾਸ ਪੜ੍ਹਦੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੀ ਹੈ, ਕਿਤੇ ਵੀ ਕਿਸੇ ਧਰਮ ਨੂੰ ਜਾਂ ਕਿਸੇ ਗ੍ਰੰਥ ਨੂੰ ਗੁਰਮਤਿ ਨੇ ਮਾੜਾ ਨਹੀਂ ਕਿਹਾ। ਸਤਿਗੁਰੂ ਜੀ ਦੀ ਬਾਣੀ ਤੇ ਇਹ ਕਹਿੰਦੀ ਹੈ ਕਿ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ। ਕਿ ਝੂਠੇ ਤੇ ਇਹ ਸਾਹਮਣੇ ਬੈਠੇ ਨੇ ਜਿਹੜੇ ਵਿਚਾਰ ਕਰਦੇ ਨੇ, ਵਿਚਾਰ ਕਰਨੀ ਨਹੀਂ ਹੁੰਦੀ। ਅੱਖਰੀ ਅਰਥ ਪੜ੍ਹ ਕੇ ਆਪਣੇ ਹਿਸਾਬ ਦੇ ਵਿਚਾਰ ਮਤਲਬ ਕੱਢ ਲੈਂਦੇ ਨੇ। ਔਰ ਗੁਰੂ ਸਾਹਿਬ ਨੇ ਜਦੋਂ ਅਰਥਾ ਥੇ ਸਮਾਇਆ ਓੰਕਾਰ ਮੂਲ ਮੰਤਰ ਦਾ ਪਾਠ ਕੀਤਾ ਕਿ ਜਿਵੇਂ ਹਵਾ ਹੀ ਰੁਕ ਗਈ ਹੋਵੇ, ਉਹ ਅਵਸਥਾ ਬਣ ਕੇ ਜਿਹੜੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਹਾ ਸੀ ਕਿ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਬਗਦਾਦ ਗਏ, ਉੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਸੁਣ ਮਨ ਨਗਰੀ ਪਈ। ਗੁਰੂ ਸਾਹਿਬ ਜੀ ਦੇ ਮੁਖ ਤੋਂ ਇਹ ਧੁਨ ਸੁਣ ਕੇ, ਅਰਥ ਸੁਣ ਕੇ, ਆਵਾਜ਼ ਸੁਣ ਕੇ ਉੱਥੇ ਕੀ ਬ੍ਰਾਹਮਣ, ਕੀ ਖੱਤਰੀ, ਕੀ ਤੁਰਕ, ਬਾਦਸ਼ਾਹ, ਮੰਤਰੀ ਸੰਤਰੀ ਸਾਰੇ ਜਿਵੇਂ ਸੁੰਨੀ ਹੋ ਗਏ। ਪਾਥਰ ਮ੍ਰਿਦਲ ਤਹਾਂ ਹੋਏ ਗਏ, ਸੁਣ ਸਭ ਲੋਕ ਬਿਸਮਤੇ ਭਏ। ਉਸ ਕਚਹਿਰੀ ਦਾ ਵਾਤਾਵਰਨ ਇਵੇਂ ਦਾ ਬਣ ਗਿਆ ਸੀ ਕਿ ਜਿਵੇਂ ਜਿਹੜੇ ਪੱਥਰ ਨੇ ਨਾ ਉਹ ਵੀ ਐਨ ਮੋਮਬੱਤੀ ਵਰਗੇ ਹੋ ਗਏ, ਹੁਣ ਕੋਮਲ ਅੰਦਰ ਸਾਰਿਆਂ ਦੇ ਪਿਘਲ ਗਏ। ਔਰ ਲੋਕ ਸੁਣ ਕੇ ਹੈਰਾਨ ਹੀ ਬੜੇ ਨੇ। ਹੈਰਾਨੀ ਵੱਖਰੀ ਸੀ ਕਿ ਇਹ ਕਿਵੇਂ ਦੀ ਲੀਲਾ ਵਰਤੀ ਹੈ।
ये किवें दी शांति आई है। द्रव्यो सो मन सबको तिस काल, दूषण पंडित कीन बसाल। उस वेले सारे दे मन जिवें मोमबत्ती वांगू पिंगर गए होण। ਜਿਹੜੇ ਪੰਡਤ ਸਨ, ਬ੍ਰਾਹਮਣ ਸਨ, ਖੱਤਰੀ ਸਨ, ਐਨ ਚੁੱਪ ਹੀ ਹੋ ਗਏ ਕਿ ਹੁਣ ਸਵਾਲ ਕੀ ਪੁੱਛੀਏ। ਜਿਹੜੇ ਅਰਥ ਤੇ ਭਾਵਰਥ ਇਹਨਾਂ ਨੇ ਕੀਤੇ ਨੇ, ਉਹ ਭਾਵਰਥ ਤੇ ਸਾਨੂੰ ਕਦੇ ਵੀ ਨਾ ਕਰਨੇ ਹੀ ਨਹੀਂ ਆਏ, ਨਾ ਕਦੇ ਕੋਸ਼ਿਸ਼ ਕੀਤੀ ਹੈ। ਸੀਤਲ ਹਿਰਦੇ ਭਏ ਸਭ ਕੇਰ, ਪ੍ਰਗਟੇ ਪ੍ਰੀਤ ਰਹੇ ਮੁਖ ਹੇਰ। ਸਾਰਿਆਂ ਦੇ ਅੰਦਰ ਇੱਕ ਠੰਡ ਵਰਤ ਗਈ, ਠੰਡ ਪੈ ਗਈ। ਸਾਰੇ ਦੇ ਅੰਦਰ ਜਿਵੇਂ ਇੱਕ ਵੱਖਰਾ ਪਿਆਰ ਬਣ ਗਿਆ। ਸਾਰੇ ਧੰਨ ਗੁਰੂ ਰਾਮਦਾਸ ਜੀ ਦੇ ਚਿਹਰੇ ਵੱਲ ਇੱਕ ਟੱਕ ਵੇਖਦੇ ਨੇ। ਅਚਾਰ ਚਰੇ ਚਾਰ ਅਚਰ ਭਏ ਜਬ, ਕਿਆ ਗਿਣਤੇ ਨਰ ਬਪੁਰਨ ਕੇ ਤਬ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਜਦੋਂ ਅਚਰ ਚਰੇ, ਅਚਰ ਕਹਿੰਦੇ ਨੇ ਜਿਹੜੇ ਜੜ ਨੇ, ਜਿਹੜੇ ਹਿੱਲ ਵੀ ਨਹੀਂ ਸਕਦੇ। ਇਵੇਂ ਦੇ ਹਾਲਤ ਬਣ ਸਕੇ ਜਿਵੇਂ ਜਿਹੜੇ ਜੜ ਨੇ ਉਹ ਚੱਲਣੇ ਸ਼ੁਰੂ ਹੋ ਗਏ ਹੋਣ, ਤੇ ਜਿਹੜੇ ਚੱਲਣ ਫਿਰਨ ਵਾਲੇ ਨੇ ਚਰ ਅਚਰ ਪਏ, ਉਹ ਜਿਵੇਂ ਜੜ ਹੋ ਗਈ, ਉਹ ਸੁੰਨੀ ਹੋ ਗਏ ਨਾ। ਤੇ ਫਿਰ ਕਹਿੰਦੇ ਇਹਨਾਂ ਵਿਚਾਰਿਆਂ ਬ੍ਰਾਹਮਣਾਂ ਦੇ ਖੱਤਰੀਆਂ ਦੀ ਕੀ ਗਿਣਤੀ ਸੀ ਕਿ ਇਹ ਕੁਛ ਇਹਨਾਂ ਦੇ ਮਨ ਵਿੱਚ ਕੋਈ ਸਵਾਲ ਵੀ ਆ ਜਾਂਦਾ। ਅਕਬਰ ਅਤ ਪ੍ਰਸੰਨ ਹੋਏ ਗਇਓ, ਸਬਣ ਸੁਣਾਏ ਬਖਿਆਨੰਦ ਭਇਓ। ਇਹ ਸਾਰਾ ਕੁਝ ਵੇਖ ਕੇ, ਅਰਥ ਭਾਵ ਅਰਥ ਸੁਣ ਕੇ, ਕਿਉਂਕਿ ਕਈ ਵਾਰੀ ਅਰਥ ਕੁਝ ਹੋਰ ਹੁੰਦੇ ਨੇ, ਅੱਖਰੀ ਅਰਥ ਕੁਝ ਹੋਰ ਹੁੰਦੇ ਨੇ, ਪਰ ਉਹਨਾਂ ਦੇ ਭਾਵ ਅਰਥ ਬਿਲਕੁਲ ਹੋਰ ਹੁੰਦੇ ਨੇ ਜਿਹੜੇ ਸਾਡੇ ਸਮਝ ਕਈ ਵਾਰੀ ਆਉਂਦੇ ਹੀ ਨਹੀਂ। ਹੁਣ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਇਵੇਂ ਦੇ ਬਹੁਤ ਬਚਨ ਕਹੇ ਨੇ ਜਿਹੜੇ ਰਮਜ ਭਰੇ ਨੇ। ਬਾਬਾ ਕਬੀਰ ਜੀ ਕਹਿੰਦੇ ਨੇ ਕਿ ਇੱਕ ਅਚਰਜ ਖੇਡ ਵੇਖੀ, ਲੇਲੇ ਕੋ ਨਿਤ ਚੁੰਗਾ ਭੇਡ। ਹੁਣ ਅੱਖਰੀ ਅਰਥ ਇਹ ਨੇ ਕਿ ਲੇਲੇ ਨੂੰ ਭੇਡ ਚੁੰਗਦੀ ਹੈ, ਪਰ ਇਹਦਾ ਭਾਵ ਅਰਥ ਤੇ ਨਹੀਂ ਨਾ ਜੀ। ਇਹ ਹੋ ਹੀ ਨਹੀਂ ਸਕਦਾ ਕਿ ਲੇਲੇ ਨੂੰ ਭੇਡ ਕਿਵੇਂ ਚੁੰਗ ਜੇ। ਉੱਥੇ ਬਾਬਾ ਕਬੀਰ ਜੀ ਨੇ ਰਮਜ ਵਿੱਚ ਸਮਝਾਇਆ ਨਾ ਕਿ ਅਸਲ ਵਿੱਚ ਇਹ ਜਿਹੜੇ ਮੱਤ ਹੈ, ਇਹ ਸੀ ਮੱਤ ਭੇਡ ਸੀ। ਜਿਹੜਾ ਮਨ ਸੀ ਉਹ ਲੇਲਾ ਸੀ। ਚਾਹੀਦਾ ਤੇ ਇਹ ਸੀ ਕਿ ਮਨ ਜਿਹੜਾ ਹੈ ਮੱਤ ਦੇ ਪਿੱਛੇ ਲੱਗਦਾ, ਪਰ ਮੱਤ ਜਿਹੜੀ ਭੇਡ ਸੀ ਉਹ ਲੇਲੇ ਮਨ ਦੇ ਪਿੱਛੇ ਲੱਗ ਗਈ। ਭਾਵਰਥ ਤੇ ਇਹ ਭਾਵਰਥ ਜੋ ਸੁਣੇ ਅਕਬਰ ਬਾਦਸ਼ਾਹ ਬੜਾ ਪ੍ਰਸੰਨ ਹੋਇਆ ਔਰ ਖੁਸ਼ ਹੋ ਕੇ ਸਾਰਿਆਂ ਦੇ ਵਿੱਚ ਫਿਰ ਉੱਚੀ ਆਵਾਜ਼ ਵਿੱਚ ਕਿਹਾ, ਪਰਮੇਸ਼ਰ ਦਰਵੇਸ਼ ਜੇ ਦੋ, ਨਹੀਂ ਭੇਦ ਏਕੋ ਇਹ ਸੋ। ਬਾਦਸ਼ਾਹ ਅਕਬਰ ਕਹਿੰਦਾ ਕਿ ਪੰਡਤ ਜੀ, ਬ੍ਰਾਹਮਣ ਜੀ, ਇਹ ਸਾਰੀ ਵਾਰਤਾ ਵਿਚਾਰ ਸੁਣ ਕੇ ਮੈਂ ਇੱਕ ਗੱਲ ਤੇ ਸਮਝ ਲਈ ਹੈ ਕਿ ਇਹ ਦੋਵੇਂ, ਇਹ ਜਿਹੜੇ ਧੰਨ ਗੁਰੂ ਅਮਰਦਾਸ ਦੀ ਤੁਸੀਂ ਸ਼ਿਕਾਇਤ ਕੀਤੀ, ਇਹ ਤਾਂ ਉਹਨਾਂ ਦਾ ਚੇਲਾ ਹੈ, ਉਹਨਾਂ ਦਾ ਸਿੱਖ ਹੈ। ਤੇ ਜੇ ਇਹ ਦਰਵੇਸ਼ ਤੇ ਇਹਨਾਂ ਦੇ ਵਿੱਚ ਕੋਈ ਭੇਦ ਨਹੀਂ, ਤੇ ਤੁਸੀਂ ਕਦੇ ਵਿਚਾਰ ਕਰਕੇ ਦੇਖੋ ਧੰਨ ਗੁਰੂ ਅਮਰਦਾਸ ਜੀ, ਉਹ ਤਾਂ ਫਿਰ ਆਪ ਹੀ ਰੱਬ ਪਰਮੇਸ਼ਰ ਹੋਣਗੇ। ਪਰਮੇਸ਼ਰ ਦੇ ਵਿੱਚ ਤੇ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਜੇ। ਇਨ ਸੋ ਸੰਤਾ ਤੁਮ ਹੋਏ ਨਾਹੀ, ਇਹ ਸਾਚੇ ਤੂੰ ਮਿਥਿਆ ਮਾਹੀ। ਅਕਬਰ ਬਾਦਸ਼ਾਹ ਕਹਿੰਦਾ ਕਿ ਪੰਡਤ ਜੀ, ਇਹਨਾਂ ਦੀ ਬਰਾਬਰੀ ਤੁਸੀਂ ਕਦੇ ਵੀ ਨਹੀਂ ਕਰ ਸਕਦੇ। ਸਭਾ ਦੇ ਵਿੱਚ ਨਿਰਣਾ ਕਰਕੇ ਕਹਿ ਦਿੱਤਾ ਇਹ ਸੱਚੇ ਨੇ, ਤੁਸੀਂ ਝੂਠੇ ਹੋ। ਕਿ ਜੇ ਉਹ ਗੀਤਰੀ ਮੰਤਰ ਨਹੀਂ ਪੜ੍ਹਦੇ, ਇੱਕ ਓਂਕਾਰ ਪੜ੍ਹਦੇ ਨੇ, ਤੁਹਾਡਾ ਧਰਮ ਕਿਵੇਂ ਖਤਰੇ 'ਚ ਪੈ ਗਿਆ? ਤੁਸੀਂ ਪੜ੍ਹੀ ਚੱਲੋ ਨਾ ਜੋ ਪੜ੍ਹਨਾ ਹੈ। ਵੇਦ ਪ੍ਰਾਣ ਕਹਿਓ ਇਨ ਕਰਿਓ, ਤੁਮ ਕਹਿਬੇ ਮਾਤਰ ਮੇਥਰਿਓ। ਅਕਬਰ ਬਾਦਸ਼ਾਹ ਕਹਿੰਦਾ ਕਿ ਪੰਡਤ ਜੀ, ਵੇਦ ਪ੍ਰਾਣ ਕਹਿਓ, ਤੁਸੀਂ ਤੇ ਵੇਦ ਪ੍ਰਾਣ ਕਹਿ ਕੇ ਸੁਣਾਉਂਦੇ ਹੋ, ਪਰ ਇਨ ਕਰਿਓ। ਮੈਂ ਤਾਂ ਇਹ ਸਮਝਦਾ ਕਿ ਵੇਦ ਪ੍ਰਾਣ ਜਿਹੜੇ ਜੋ ਕੁਛ ਉਹਨਾਂ ਵਿੱਚ ਇਹ ਤੇ ਕਰਦੇ ਨੇ, ਤੁਸੀਂ ਕਹਿੰਦੇ ਹੋ ਕੇਵਲ ਇਹ ਕਰਦੇ ਨੇ। ਔਰ ਗੁਰੂ ਸਾਹਿਬ ਜੀ ਨੇ ਇਵੇਂ ਦੇ ਪੰਡਤਾਂ ਨੂੰ, ਪੰਡਤ ਦਾ ਅਰਥ ਜਿਹੜਾ ਉਹ ਵਿਦਵਾਨ ਹੈ, ਉਹ ਪੰਡਤ ਕਥਾਵਾਚਕ ਗੁਰਸਿੱਖ ਵੀ ਹੋ ਸਕਦਾ ਹੈ, ਉਹ ਮੁਸਲਮਾਨ ਵੀ ਹੋ ਸਕਦਾ ਹੈ,
ਉਹਨਾਂ ਸਾਰਿਆਂ ਪੰਡਤਾਂ ਨੂੰ, ਵਿਦਵਾਨਾਂ ਨੂੰ ਇਹ ਉੱਚੀ ਆਵਾਜ਼ ਵਿੱਚ ਕਿਹਾ, ਔਰ ਗੁਰੂ ਸਾਹਿਬ ਜੀ ਅੱਜ ਵੀ ਕਹਿੰਦੇ ਨੇ ਕਿ ਵੇਦ ਕਤੇਬ ਬਕੋ ਖੜੋ ਨਿਤ ਭਾਈ। ਇਹ ਤੁਸੀਂ ਉੱਚੀ ਆਵਾਜ਼ ਵਿੱਚ ਵੇਦ ਕਤੇਬ ਜਿਹੜੇ ਪੜ੍ਹਦੇ ਹੋ, ਕਹਿ ਕੇ ਸੁਣਾਉਂਦੇ ਹੋ, ਔਰ ਸਤਿਗੁਰੂ ਜੀ ਇੱਥੋਂ ਤੱਕ ਕਹਿੰਦੇ ਨੇ ਕਿ ਤੁਸੀਂ ਕਹਿੰਦੇ ਕੀ ਹੋ? ਕਰਮ ਕਰੋ ਸੰਸਾਰੇ, ਕਿ ਸੰਸਾਰ ਦੇ ਲੋਕੋ ਇਹ ਕਰਮ ਕਰੋ। ਹੁਣ ਸਾਰੇ ਕਹਿੰਦੇ ਨੇ। ਬ੍ਰਾਹਮਣ ਕਹਿੰਦਾ ਤੁਸੀਂ ਹਰ ਸਾਲ ਘਰੇਣਾ ਕਰਾਓ, ਤੁਸੀਂ ਪਿੰਡ ਪੁਰਾਓ, ਤੁਸੀਂ ਇਹ ਕਰੋ, ਤੁਸੀਂ ਸਾਨੂੰ ਦਿਓ, ਆ ਵੀ ਦੇ ਦਿਓ, ਆ ਵੀ ਦੇ ਦਿਓ, ਬਸ ਤੁਸੀਂ ਦਈ ਚੱਲੋ, ਅਸੀਂ ਲਈ ਚੱਲੀਏ। ਹੁਣ ਭਾਈ ਵੀ ਤਾਂ ਹੀ ਕਹਿ ਰਹੇ ਨਾ, ਸਾਡੀ ਵੀ ਤਾਂ ਆਦਤ ਹੀ ਹੈ ਨਾ ਜੀ, ਤੁਸੀਂ ਕਰੋ। ਅੰਮ੍ਰਿਤ ਵੇਲੇ ਉੱਠੋ ਭਾਈ, ਨਿਤਨੇਮ ਕਰਨਾ ਚਾਹੀਦਾ ਹੈ, ਹਰ ਸਿੱਖ ਦਾ ਫਰਜ਼ ਹੈ ਸਹਿਜ ਪਾਠ ਕਰੇ। ਹੁਣ ਇਹ ਤੇ ਹਰ ਇੱਕ ਕਥਾਵਾਚਕ ਕਹਿੰਦੇ ਜੀ ਵੀ ਨਿਤਨੇਮ ਜਿਹੜਾ ਕਰੋ ਤੁਸੀਂ ਕਰੋ, ਸਹਿਜ ਪਾਠ ਤੁਸੀਂ ਕਰੋ। ਔਰ ਆਪ ਸ਼ਾਇਦ ਹੋ ਸਕਦਾ ਕਿ ਸਹਿਜ ਪਾਠ ਇੱਕ ਵੀ ਪੂਰਾ ਨਾ ਕੀਤਾ ਹੋਵੇ। ਨਿਤਨੇਮ ਕਦੇ ਕਰ ਲਿਆ, ਕਦੇ ਨਾ ਕਰ ਲਿਆ, ਕੀਤਾ ਵੀ ਕਿ ਨਹੀਂ ਕੀਤਾ, ਪਰ ਕਹਿਣਾ ਜ਼ਰੂਰ ਹੈ ਕਰੋ। ਹੁਣ ਉੱਥੇ ਅਕਬਰ ਬਾਦਸ਼ਾਹ ਕਹਿੰਦਾ ਤੁਹਾਡੀ ਹਾਲਤ ਹੋਏ ਤੁਸੀਂ ਕਹਿੰਦੇ ਹੋ, ਕਰਦੇ ਨਹੀਂ, ਪਰ ਇਹ ਤੇ ਕਰਦੇ ਨੇ। ਇਹ ਜੋ ਕਹਿੰਦੇ ਨੇ ਉਹ ਕਰਦੇ ਨੇ। ਕਿਉਂ ਨਾ ਕਹੋ ਆਪ ਸਨਮੁਖ ਬਾਨੀ, ਅਰਥ ਸਹਿਤ ਗਾਇਤਰੀ ਬਖਾਨੀ। ਅਕਬਰ ਬਾਦਸ਼ਾਹ ਕਹਿੰਦਾ ਹੁਣ ਸਵਾਲ ਕਿਉਂ ਨਹੀਂ ਕਰਦੇ ਭਾਈ? ਤੁਸੀਂ ਕਹਿੰਦੇ ਸੀ ਗਾਇਤਰੀ ਇਹਨਾਂ ਨੂੰ ਪੜ੍ਹਨੇ ਨਹੀਂ ਆਉਂਦੇ, ਇਹਨਾਂ ਤੇ ਅਰਥ ਵੀ ਦੱਸ ਦਿੱਤੇ, ਭਾਵ ਅਰਥ ਵੀ ਦੱਸ ਦਿੱਤੇ, ਹੁਣ ਕਰੋ ਸਵਾਲ। ਹੁਣ ਤੁਹਾਨੂੰ ਸਵਾਲ ਨਹੀਂ ਆਉਂਦਾ ਤੇ ਸਵਾਲ ਨਾਲ ਹੀ ਕਹਿ ਦਿੱਤਾ, ਸਵਾਲ ਇਸੇ ਗਾਇਤਰੀ ਦੇ ਵਿੱਚੋਂ ਕਰਨਾ ਹੈ, ਉਲ ਜਲੂਲ ਨਹੀਂ ਕਰਨਾ। ਇਹਦੇ ਵਿੱਚੋਂ ਸਵਾਲ ਕਰੋ, ਜੇ ਕੋਈ ਹੈ ਤੇ ਜਵਾਬ ਦੇਣਗੇ। ਇਸ ਮੈਂ ਕਰੋ ਪ੍ਰਸ਼ਨ ਜੇ ਜਾਨੋ, ਨਾਹੇ ਤਯਬ ਬੰਧਨ ਕੋ ਠਾਨੋ। ਕਹਿੰਦੇ ਇਹ ਜਿਹੜੇ ਗਾਇਤਰੀ ਇਹਨਾਂ ਨੇ ਪੜ੍ਹ ਕੇ ਸੁਣਾਈ ਹੈ, ਇਹਨਾਂ ਨੇ ਅਰਥ ਭਾਵ ਅਰਥ ਕੀਤੇ ਨੇ, ਇਹਦੇ ਵਿੱਚੋਂ ਪ੍ਰਸ਼ਨ ਕਰੋ ਜੇ ਤੁਹਾਡੇ ਸਾਹਮਣੇ ਕੋਈ ਆਉਂਦਾ ਹੈ। ਤੇ ਜੇ ਪ੍ਰਸ਼ਨ ਕੋਈ ਨਹੀਂ ਆਉਂਦਾ ਫਿਰ ਤੁਸੀਂ ਇਹਨਾਂ ਦੇ ਸਾਹਮਣੇ ਨਮਸਕਾਰ ਕਰੋ, ਇਹਨਾਂ ਨੂੰ ਬੰਧਨ ਕਰ ਦਿਓ, ਕਿਉਂਕਿ ਪਰਮੇਸ਼ਰ ਦਾ ਰੂਪ ਨੇ, ਪਰਮੇਸ਼ਰ ਦੇ ਇਹਨਾਂ ਵਿੱਚ ਫਰਕ ਨਹੀਂ। ਪਿਕ ਅਕਬਰ ਕੋ ਤੇਜ ਵਿਸਾਲਾ, ਝੂਠੇ ਹੋਏ ਸਗਲ ਤਿਸ ਕਾਲਾ। ਕਹਿੰਦੇ ਉਸ ਅਕਬਰ ਬਾਦਸ਼ਾਹ ਦੀ ਭਰੀ ਕਚਹਿਰੀ ਦੇ ਵਿੱਚ ਇਹ ਸ਼ਿਕਾਇਤ ਕਰਨ ਵਾਲੇ ਬ੍ਰਾਹਮਣ, ਇਹ ਖੱਤਰੀ ਸਾਰੇ ਝੂਠੇ ਪਏ। ਬਾਕ ਨਕਨ ਹੋ ਚਾਰਨ ਕੀਨਾ, ਉੱਠ ਸਭ ਨੇ ਕਰ ਮਾਰ ਗਲੀਨਾ। ਕਿਸੇ ਨੇ ਉੱਥੇ ਕੋਈ ਸਵਾਲ ਹੀ ਨਹੀਂ ਕੀਤਾ, ਆਏ ਨਹੀਂ ਕਿਸੇ, ਬਸ ਉੱਥੋਂ ਡੀਵੀ ਪਾ ਕੇ ਉੱਠੇ, ਆਪੋ ਆਪਣੇ ਘਰਾਂ ਨੂੰ ਚਲੇ ਗਏ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉੱਥੇ ਧੰਨ ਗੁਰੂ ਅਮਰਦਾਸ ਜੀ ਨੂੰ ਸਿਮਰਦੇ ਹੋਏ ਕਹਿੰਦੇ ਨੇ, ਸਤਿਗੁਰੂ ਜੀ ਇਹ ਜਿੱਤ, ਇਹ ਫਤਿਹ ਤੁਹਾਡੀ ਹੈ, ਗੁਰੂ ਦੀ ਹੈ। ਔਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਕਿਰਪਾ ਹੀ ਬੜੇ ਕੀਤੇ, ਸਮਝਾਇਆ ਕਿ ਜਦੋਂ ਗੁਰੂ ਕੇ ਸਿੱਖ ਦੀ ਫਤਿਹ ਹੋਵੇ, ਗੁਰੂ ਨੇ ਕਹਿਣਾ ਕਿ ਫਤਿਹ ਵੀ ਗੁਰੂ ਦੀ, ਸਿੰਘ ਵੀ ਖਾਲਸਾ ਵੀ ਗੁਰੂ ਦਾ। ਜੇ ਖਾਲਸਾ ਹੀ ਗੁਰੂ ਦਾ ਤੇ ਫਤਿਹ ਫਿਰ ਸਾਡੇ ਥੋੜੀ ਫਤਿਹ ਵੀ ਗੁਰੂ ਦੀ ਹੈ। ਉੱਥੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਧੰਨ ਗੁਰੂ ਰਾਮਦਾਸ ਜੀ ਜਿਵੇਂ ਉੱਥੋਂ ਵਾਪਸ ਆਉਣਗੇ, ਹੋਰ ਇਹਦਾ ਪ੍ਰਸੰਗ ਆਪਾਂ ਕੱਲ੍ਹ ਵਿਚਾਰਾਂਗੇ, ਹੋਈਆਂ ਭੁੱਲਾਂ ਦੀ ਕਿੰਨਾ। ਆਓ 1-2 ਮਿੰਟ ਹੋਰ ਹਾਜ਼ਰੀ ਲਵਾਈਏ, ਸਮਾਂ ਭਾਵੇਂ ਹੋ ਗਿਆ ਫਿਰ ਸਮਾਪਤੀ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ।